TVN देखण वाले समुचे दर्शकों ਨੂੰ ਦਵਿੰਦਰ ਸਿੰਘ ਬੈਨੀਪਾਲ ਵੱਲੋਂ ਪਿਆਰ ਅਤੇ ਸਤਿਕਾਰ ਸਹਿਤ ਸਤਿ ਸ਼੍ਰੀ ਅਕਾਲ। ਦਾ ਬੈਨੀਪਾਲ ਸ਼ੋਅ ਵਿੱਚ ਤੁਹਾਡਾ ਸਭਨਾਂ ਦਾ ਨਿੱਘਾ ਸਵਾਗਤ। आओ दोस्तों, अज के प्रोग्राम दौरान ਜਿਹੜੀਆਂ खबरां विचारनियां ने सब तो पहला संखेप ਦੇ ਵਿੱਚ ਉਹਨਾਂ ਤੇ नज़रां मारीए। अमरीका ने भारत तो आउण वालिਆਂ ਤੇ लगाई रोक, पत्रकारां ਅਤੇ विद्यार्थियों ਨੂੰ रहेगी छूट। ਭਾਰਤ ਵਿੱਚ फसे ਆਸਟ੍ਰੇਲੀਆ ਦੇ नागरिक भी फिलहाल नहीं परत ਸਕਣਗੇ ਆਸਟ੍ਰੇਲੀਆ। ਕੈਨੇਡਾ 'ਚ 3 ਪੰਜਾਬੀ ਨੌਜਵਾਨਾਂ ਦੀਆਂ ਹੋਈਆਂ ਮੌਤਾਂ, ਭਾਈਚਾਰੇ ਵਿੱਚ ਸੋਗ ਦੀ ਲਹਿਰ। ਆਂਧਰਾ ਅਤੇ ਕਰਨਾਟਕਾ ਵਿੱਚ ਕਈ ਦਰਜਨ ਮਰੀਜ਼ਾਂ ਦੀ ਆਕਸੀਜਨ ਦੀ ਕਮੀ ਕਾਰਨ ਹੋਈ ਮੌਤ। ਰਾਹੁਲ ਗਾਂਧੀ ਨੇ ਵਿੰਨਿਆ ਨਿਸ਼ਾਨਾ, ਹਸਪਤਾਲ ਵਿੱਚ ਆਕਸੀਜਨ ਬਗੈਰ ਮਰੀਜ਼ ਮਰੇ ਜਾਂ ਮਾਰੇ ਗਏ। ਹਰਿਆਣਾ 'ਚ ਰੋਡਵੇਜ਼ ਅਤੇ ਪ੍ਰਾਈਵੇਟ ਬੱਸਾਂ ਅਗਲੇ ਹੁਕਮਾਂ ਤੱਕ ਬੰਦ। ਨਸ਼ੇ ਨੇ ਇੱਕ ਹੋਰ ਘਰ ਦਾ ਬੁਝਾਇਆ ਚਿਰਾਗ। 3 ਹੋਰ ਕਿਸਾਨਾਂ ਦੀ ਸੰਘਰਸ਼ ਲੇਖੇ ਲੱਗੀ ਜਿੰਦ ਅਤੇ ਕਈ ਹੋਰ ਖਬਰਾਂ ਹੋਣਗੀਆਂ, ਜਿਨ੍ਹਾਂ ਦੇ ਉੱਤੇ ਅੱਜ ਦੇ ਪ੍ਰੋਗਰਾਮ ਦੇ ਦੌਰਾਨ ਵਿਸਥਾਰ ਨਾਲ ਗੱਲਬਾਤ ਕਰਾਂਗੇ ਤੇ ਟਿੱਪਣੀਆਂ ਵੀ ਕਰਾਂਗੇ। ਤੇ ਨਾਲ ਤੁਹਾਨੂੰ ਸਭਨਾਂ ਨੂੰ ਇਹ ਅਪੀਲ ਹੈ ਕਿ ਜੇਕਰ ਹਾਲੇ ਤੱਕ ਤੁਸੀਂ ਆਪਣੇ ਇਸ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਕਿਰਪਾ ਕਰਕੇ ਸਬਸਕ੍ਰਾਈਬ ਕਰਕੇ ਨੋਟੀਫਿਕੇਸ਼ਨ ਵਾਲੀ ਘੰਟੀ ਜ਼ਰੂਰ ਔਨ ਕਰ ਲੈਣੀ ਜੀ। ਤੁਹਾਡੇ ਦਿਲੋਂ ਧੰਨਵਾਦੀ ਹੋਵਾਂਗੇ। ਤੇ ਆਓ ਹੁਣ ਇਕੱਲੀ ਖਬਰ ਦੇ ਵਿਸਥਾਰ ਵੱਲ ਨੂੰ ਵਧ ਰਹੇ ਹਾਂ। ਸਭ ਤੋਂ ਪਹਿਲੀ ਤੇ ਵੱਡੀ ਖਬਰ ਹੈ ਕਿ 4 ਤਰੀਕ ਨਿਰਧਾਰਿਤ ਕੀਤੀ ਸੀ ਅਮਰੀਕਾ ਨੇ ਕਿ 4 ਤਰੀਕ ਤੋਂ ਬਾਅਦ ਭਾਰਤ ਦਾ ਕੋਈ ਵੀ ਨਾਗਰਿਕ ਅਮਰੀਕਾ ਦੀ ਧਰਤੀ ਤੇ ਪੈਰ ਨਹੀਂ ਰੱਖ ਸਕੇਗਾ। ਇਹ ਅਸਥਾਈ ਪਾਬੰਦੀਆਂ ਨੇ, ਕੋਵਿਡ ਦੀ ਲਹਿਰ ਦੇ ਕਾਰਨ ਪਾਬੰਦੀਆਂ ਨੇ। ਹੁਣ ਜਿਹੜੇ ਅਮਰੀਕਾ ਦੇ ਨਾਗਰਿਕ ਨਹੀਂ ਨੇ, ਭਾਵ ਗੈਰ ਅਮਰੀਕੀ ਲੋਕ ਨੇ, ਉਹਨਾਂ ਵਾਸਤੇ ਯਾਤਰਾ ਤੇ ਪਾਬੰਦੀ ਦਾ ਐਲਾਨ ਹੋ ਚੁੱਕਿਆ ਹੈ। ਅਮਰੀਕੀ ਸਰਕਾਰ ਨੇ ਕੋਵਿਡ ਮਹਾਮਾਰੀ ਦੇ ਜਿਹੜੇ ਗੰਭੀਰ ਸੰਕਟ ਨੇ, ਭਾਰਤ ਉਹਨਾਂ ਦੇ ਵਿੱਚੋਂ ਇੱਕ ਮੁਲਕ ਹੈ ਜਿਹੜਾ ਸਭ ਤੋਂ ਵੱਧ ਇਸ ਵਕਤ ਕਰੋਨਾ ਨੇ ਮੁੱਦੇ ਮੂੰਹ ਸੁੱਟਿਆ। ਇਸ ਕਰਕੇ ਉਹਨਾਂ ਨੇ ਪਾਬੰਦੀਆਂ ਦਾ ਐਲਾਨ ਕੀਤਾ ਸੀ। ਇਹ ਪਾਬੰਦੀਆਂ 4 ਮਈ ਤੋਂ ਲਾਗੂ ਨੇ। ਅਮਰੀਕਾ ਨੇ ਆਪਣੇ ਮੁਲਕ ਵਿੱਚ ਦਾਖਲੇ ਤੇ ਉਹਨਾਂ ਤੇ ਰੋਕ ਲਗਾ ਦਿੱਤੀ ਹੈ ਜੋ ਬੀਤੇ 14 ਦਿਨਾਂ ਦੇ ਅੰਦਰ ਭਾਰਤ ਵਿੱਚ ਗਏ ਹੋਣ ਜਾਂ ਰਹੇ ਹੋਣ। 4 ਮਈ ਤੋਂ ਲਾਗੂ ਹੈ। ਹਾਲਾਂਕਿ ਇਸ ਆਦੇਸ਼ ਨਾਲ ਅਮਰੀਕੀ ਜਿਹੜੇ ਨਾਗਰਿਕ ਨੇ, ਗ੍ਰੀਨ ਕਾਰਡ ਹੋਲਡਰ ਨੇ ਅਤੇ ਉਹਨਾਂ ਦੇ ਗੈਰ ਅਮਰੀਕੀ ਜੀਵਨ ਸਾਥੀ ਨੇ, ਉਹਨਾਂ ਦੇ ਬੱਚੇ ਨੇ, ਉਹਨਾਂ ਨੂੰ ਛੋਟ ਰਹੇਗੀ। ਇਹਦੇ ਇਲਾਵਾ ਕੁਝ ਹੋਰ ਸ਼੍ਰੇਣੀਆਂ ਨੇ ਜਿਨ੍ਹਾਂ ਨੂੰ ਛੋਟ ਦਿੱਤੀ ਗਈ। ਉਹਨਾਂ ਵਿੱਚ ਵਿਦਿਆਰਥੀ ਵੀ ਨੇ ਤੇ ਪੱਤਰਕਾਰ ਵੀ ਹੈ। ਇਹ ਪਾਬੰਦੀ ਅਮਰੀਕੀ ਰਾਸ਼ਟਰਪਤੀ ਦੇ ਅਗਲੇ ਆਦੇਸ਼ ਤੱਕ ਜਾਰੀ ਰਹੇਗੀ। ਅਸਲ ਦੇ ਵਿੱਚ ਬਾਈਡਨ ਪ੍ਰਸ਼ਾਸਨ ਨੇ ਇਹ ਫੈਸਲਾ ਕੀਤਾ ਸੀ ਕਿ ਭਾਰਤ ਦੇ ਵਿੱਚ ਕੋਵਿਡ ਲਗਾਤਾਰ ਵਧ ਰਿਹਾ ਹੈ, ਨਵੇਂ ਸਟ੍ਰੇਨ ਮਿਲ ਰਹੇ ਨੇ, ਜਿਸ ਦੇ ਕਾਰਨ ਉਸ ਦੀ ਮੌਜੂਦਗੀ ਨੂੰ ਲੈ ਕੇ ਇਹ ਪਾਬੰਦੀ ਦਾ ਐਲਾਨ ਕੀਤਾ ਗਿਆ ਸੀ। ਬਾਈਡਨ ਪ੍ਰਸ਼ਾਸਨ ਨੇ ਭਾਰਤ ਵਿੱਚ ਲਗਾਤਾਰ ਇਹਨਾਂ ਮਾਮਲਿਆਂ ਤੇ ਜਿੱਥੇ ਚਿੰਤਾ ਪ੍ਰਗਟਾਈ ਸੀ, ਉੱਥੇ ਭਾਰਤ ਦੇ ਵੱਲ ਆਪਣੀ ਮਦਦ ਦਾ ਹੱਥ ਵੀ ਵਧਾਇਆ ਸੀ। ਅਮਰੀਕਾ ਦੇ ਵਿਦੇਸ਼ ਮੰਤਰਾਲੇ ਨੇ 26 ਅਪ੍ਰੈਲ ਨੂੰ ਇਹ ਆਦੇਸ਼ ਜਾਰੀ ਕੀਤਾ ਸੀ, ਜਿਸ ਦੇ ਵਿੱਚ ਉਹਨਾਂ ਨੇ ਆਖ ਦਿੱਤਾ ਸੀ ਕਿ ਵਿਦਿਆਰਥੀ ਜਿਨ੍ਹਾਂ ਕੋਲ F1 ਅਤੇ M1 ਵੀਜ਼ਾ ਹੈ, ਪਰ ਉਹਨਾਂ ਦੀਆਂ ਜਿਹੜੀਆਂ ਕਲਾਸਿਸ ਨੇ ਉਹ 1 ਅਗਸਤ ਜਾਂ ਉਸ ਤੋਂ ਬਾਅਦ ਸ਼ੁਰੂ ਹੋਣੀਆਂ ਨੇ, ਉਹਨਾਂ ਨੂੰ ਯਾਤਰਾ ਲਈ ਛੋਟ ਹੈ। ਉਹਨਾਂ ਨੂੰ ਛੋਟ ਪ੍ਰਾਪਤ ਕਰਨ ਦੀ ਜ਼ਰੂਰਤ ਨਹੀਂ। ਕਲਾਸਾਂ ਸ਼ੁਰੂ ਹੋਣ ਤੋਂ 30 ਦਿਨ ਪਹਿਲਾਂ ਉਹ ਅਮਰੀਕਾ ਆ ਸਕਦੇ ਹੈ। ਅਤੇ ਇਹਦੇ ਤੇ ਰਿਪਬਲਿਕਨ ਸੰਸਦ ਮੈਂਬਰਾਂ ਨੇ ਰਾਸ਼ਟਰਪਤੀ ਬਾਈਡਨ ਦੇ ਭਾਰਤ ਤੋਂ ਇਸ ਯਾਤਰਾ ਤੇ ਲਗਾਈ ਪਾਬੰਦੀ ਦੇ ਉੱਤੇ ਵਿਰੋਧ ਵੀ ਪ੍ਰਗਟਾਇਆ ਸੀ। ਸੰਸਦ ਮੈਂਬਰ ਟਿਮ ਬਰਚੇਟ ਨੇ ਟਵੀਟ ਕੀਤਾ ਸੀ ਕਿ ਸਾਡਾ ਭਾਰਤ ਸਹਿਯੋਗੀ ਹੈ ਅਤੇ ਉਹਦੇ ਉੱਤੇ ਅਸੀਂ ਯਾਤਰਾ ਤੇ ਪਾਬੰਦੀ ਨਹੀਂ ਲਾ ਸਕਦੇ। ਜਦੋਂ ਕਿ ਇਸੇ ਤਰ੍ਹਾਂ ਉਹ ਕਹਿੰਦੇ ਸੀ ਕਿ ਮੈਕਸੀਕੋ ਵਾਲੀਆਂ ਸਰਹੱਦਾਂ ਖੁੱਲ੍ਹੀਆਂ ਪਈਆਂ ਨੇ, ਉਹਨਾਂ ਨੂੰ ਖੁੱਲ੍ਹਾ ਛੱਡ ਦਿੱਤਾ ਹੈ। ਤੇ ਦੂਸਰੇ ਪਾਸੇ ਭਾਰਤੀ ਅਮਰੀਕੀ ਸੰਸਦ ਮੈਂਬਰ ਨੇ ਰੋ ਖੰਨਾ, ਉਹਨਾਂ ਨੇ ਆਖਿਆ ਕਿ ਭਾਵੇਂ ਮੈਂ ਭਾਰਤੀ ਮੂਲ ਦਾ ਪਰ ਇਹ ਪਾਬੰਦੀਆਂ ਜਾਇਜ਼ ਨੇ। ਉਹਨਾਂ ਆਖਿਆ ਕਿ ਇਹ ਲੋਕ ਆਪਣੀਆਂ ਜ਼ਿੰਦਗੀਆਂ ਬਚਾ ਸਕਦੇ ਆ। ਉਹਨਾਂ ਦੀ ਯਾਤਰਾ ਨਾਲੋਂ ਉਹਨਾਂ ਦੀਆਂ ਜ਼ਿੰਦਗੀਆਂ ਪਹਿਲ ਦੇ ਆਧਾਰ ਤੇ ਅਸੀਂ ਵੇਖ ਰਹੇ ਹਾਂ ਤੇ ਸਾਨੂੰ ਇਹਨਾਂ ਪਾਬੰਦੀਆਂ ਦਾ ਸਵਾਗਤ ਕਰਨਾ ਚਾਹੀਦਾ, ਕਿਉਂਕਿ ਜ਼ਿੰਦਗੀਆਂ ਨੂੰ ਬਚਾਉਣ ਦੇ ਵਾਸਤੇ ਇਹ ਫੈਸਲੇ ਕੀਤੇ ਜਾ ਰਹੇ ਨੇ। ਇਸੇ ਤਰ੍ਹਾਂ ਦਾ ਫੈਸਲਾ ਉਧਰ ਆਸਟ੍ਰੇਲੀਆ ਵਾਲਿਆਂ ਨੇ ਕੀਤਾ ਸੀ। ਕੁਝ ਕੁ ਜਥੇਬੰਦੀਆਂ ਉੱਥੇ ਵੀ ਇਸ ਗੱਲ ਦਾ ਇਤਰਾਜ਼ ਕਰ ਰਹੀਆਂ ਸਨ। ਅਗਲੀ ਖਬਰ ਵੀ ਲਗਭਗ ਇਸੇ ਤਰ੍ਹਾਂ ਦੀ ਖਬਰ ਹੈ, ਕਿਉਂਕਿ ਆਸਟ੍ਰੇਲੀਆ ਨੇ ਵੀ ਬੀਤੇ ਦਿਨੀ ਇਸੇ ਤਰ੍ਹਾਂ ਦੀਆਂ ਪਾਬੰਦੀਆਂ ਦਾ ਐਲਾਨ ਕਰ ਦਿੱਤਾ ਸੀ। ਉਹ ਪਾਬੰਦੀਆਂ ਦੇ ਵਿੱਚ ਅਮਰੀਕਾ ਨਾਲੋਂ ਵੀ ਸਖਤੀ ਹੈ। ਅਮਰੀਕਾ ਨੇ ਤਾਂ ਆਖਿਆ ਹੋਇਆ ਕਿ ਜਿਹੜੇ ਅਮਰੀਕਨ ਨਾਗਰਿਕ ਨੇ ਜਾਂ ਗ੍ਰੀਨ ਕਾਰਡ ਹੋਲਡਰ ਨੇ ਉਹ ਆ ਸਕਦੇ ਹੈ, ਪਰ ਆਸਟ੍ਰੇਲੀਆ ਨੇ ਇੱਥੋਂ ਤੱਕ ਆਖਿਆ ਹੋਇਆ ਕਿ ਭਾਵੇਂ ਆਸਟ੍ਰੇਲੀਆ ਦਾ ਉਹ ਨਾਗਰਿਕ ਵੀ ਹੋਵੇ, ਉਹ ਆਸਟ੍ਰੇਲੀਆ ਦੇ ਵਿੱਚ ਹਾਲ ਦੀ ਘੜੀ ਆ ਨਹੀਂ ਸਕਦਾ। ਇਸ ਚੀਜ਼ ਦਾ ਕੁਝ ਲੋਕ ਵਿਰੋਧ ਵੀ ਕਰ ਰਹੇ ਹੈ। ਇਹਦੇ ਉੱਤੇ ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਸਕਾਟ ਮੋਰਿਸਨ ਨੇ ਆਖਿਆ ਕਿ ਦੇਖੋ, ਇਹ ਫੈਸਲਾ ਕੋਈ ਸੁਖਾਲਾ ਨਹੀਂ।
ਕਿ ਅਸੀਂ ਆਸਟ੍ਰੇਲੀਆ ਦੇ ਨਾਗਰਿਕਾਂ ਦੇ ਉੱਤੇ ਵੀ ਰੋਕ ਲਾਈ ਹੋਵੇ। ਉਹਨਾਂ ਨੇ ਇੱਥੋਂ ਤੱਕ ਆਖਿਆ ਸੀ ਕਿ ਜੇਕਰ ਕੋਈ ਹੋਰ ਕਿਸੇ ਮੁਲਕ ਦੇ ਰਾਹੀਂ ਆਉਣਾ ਚਾਹੇਗਾ ਉਹਨੂੰ ਜੁਰਮਾਨਾ ਵੀ ਤੇ ਉਹਨੂੰ ਜੇਲ੍ਹ ਵੀ ਹੋ ਸਕਦੀ ਹੈ। ਤੇ ਜਦੋਂ ਇਸ ਮਸਲੇ ਦੇ ਖਿਲਾਫ, ਇਸ ਆਦੇਸ਼ ਦੇ ਖਿਲਾਫ ਕੁਝ ਲੋਕ ਉੱਠਣ ਲੱਗੇ ਤਾਂ ਉਹਨਾਂ ਨੇ ਇਸ ਦੇ ਬਾਬਤ ਇੱਕ ਬਚਾਅ ਫਿਰ ਕੀਤਾ ਤੇ ਇੱਕ ਬਿਆਨ ਦਿੱਤਾ। ਪ੍ਰਧਾਨ ਮੰਤਰੀ ਮੋਰਿਸਨ ਦੇ ਮੁਤਾਬਕ ਇਹ ਫੈਸਲਾ ਆਸਟ੍ਰੇਲੀਆ ਦੇ ਹਿੱਤ ਵਿੱਚ ਲਿਆ ਗਿਆ ਹੈ। ਕਰੋਨਾ ਵਾਇਰਸ ਦੀ ਤੀਸਰੀ ਲਹਿਰ ਨੂੰ ਅਸੀਂ ਰੋਕਣਾ ਚਾਹੁੰਦੇ ਹਾਂ ਤੇ ਆਸਟ੍ਰੇਲੀਆ ਵਿੱਚ ਦਾਖਲ ਨਹੀਂ ਹੋਣ ਦੇਣਾ ਚਾਹੁੰਦੇ। ਆਸਟ੍ਰੇਲੀਆ ਸਰਕਾਰ ਨੇ ਇਤਿਹਾਸ ਵਿੱਚ ਪਹਿਲੀ ਵਾਰੀ ਉਹਨਾਂ ਦੱਸਿਆ ਕਿ ਆਪਣੇ ਨਾਗਰਿਕਾਂ ਤੇ ਆਪਣੇ ਮੁਲਕ ਵਿੱਚ ਪਰਤਣ ਤੇ ਰੋਕ ਲਾਈ ਹੈ। ਜਿਨ੍ਹਾਂ ਨੇ ਆਸਟ੍ਰੇਲੀਆ ਵਿੱਚ ਵਾਪਸ ਆਉਣ ਤੋਂ ਪਹਿਲਾਂ ਭਾਰਤ ਵਿੱਚ 14 ਦਿਨ ਬਤੀਤ ਕੀਤੇ ਹੋਣ। ਸਰਕਾਰ ਨੇ ਇਹ ਵੀ ਆਖਿਆ ਕਿ ਅਜਿਹੇ ਲੋਕਾਂ ਤੇ ਮੁਕੱਦਮਾ ਚਲਾਇਆ ਜਾਏਗਾ ਅਤੇ 5 ਸਾਲ ਤੱਕ ਜੇਲ੍ਹ ਦੀ ਸਜ਼ਾ ਜਾਂ 66,000 ਆਸਟ੍ਰੇਲੀਅਨ ਡਾਲਰ ਦਾ ਜੁਰਮਾਨਾ ਲਾਇਆ ਜਾਏਗਾ ਜਿਹੜੇ ਲੋਕ ਇਸ ਆਦੇਸ਼ ਦੀ ਉਲੰਘਣਾ ਕਰਦੇ ਫੜੇ ਗਏ। ਪ੍ਰਧਾਨ ਮੰਤਰੀ ਨੇ ਕਿਹਾ ਕਿ ਇਹ ਸਥਾਈ ਨਹੀਂ ਸਗੋਂ ਅਸਥਾਈ ਵਿਵਸਥਾ ਹੈ ਅਤੇ ਫੈਸਲਾ ਬੜਾ ਮੁਸ਼ਕਲ ਹੈ। ਆਸਟ੍ਰੇਲੀਆ ਵੱਲੋਂ ਭਾਰਤ ਨਾਲ ਲਗਾਈਆਂ ਜਿਹੜੀਆਂ ਯਾਤਰਾ ਤੇ ਪਾਬੰਦੀਆਂ ਨੇ, ਕਈ ਲੋਕ ਇਹਨਾਂ ਦੀ ਤਾਰੀਫ ਕਰ ਰਹੇ ਹੈ ਤੇ ਕਈ ਲੋਕ ਇਹਨਾਂ ਦੀ ਮੁਖਾਲਫਤ ਕਰ ਰਹੇ ਹੈ। ਹੁਣ ਭਾਰਤੀ ਲੋਕਾਂ ਤੇ ਮਨੁੱਖੀ ਅਧਿਕਾਰਾਂ ਪ੍ਰਤੀ ਖੜੇ ਬਹੁਤ ਸਾਰੇ ਸੰਗਠਨ ਨੇ, ਉਹ ਇਹਦਾ ਵਿਰੋਧ ਕਰ ਰਹੇ ਨੇ। ਇਸ ਦਾ ਵਿਰੋਧ ਜਦੋਂ ਕਰ ਰਹੇ ਸੀ ਤਾਂ ਉਹਦੇ ਜਵਾਬ ਦੇ ਵਿੱਚ ਪ੍ਰਧਾਨ ਮੰਤਰੀ ਮੋਰਿਸਨ ਨੇ ਕਿਹਾ ਕਿ ਮੈਂ ਜਾਣਦਾ ਹਾਂ ਕਿ ਫੈਸਲਾ ਡਾਢਾ ਹੈ, ਫੈਸਲਾ ਵੱਡਾ ਹੈ, ਫੈਸਲਾ ਦੁਖੀ ਕਰਨ ਵਾਲਾ ਵੀ ਹੈ, ਪਰ ਇਸ ਫੈਸਲੇ ਨਾਲ ਅਸੀਂ ਅਜਿਹੇ ਹਜ਼ਾਰਾਂ ਲੋਕਾਂ ਦੀਆਂ ਤਕਲੀਫਾਂ ਵਿੱਚ ਵਾਧਾ ਨਹੀਂ ਕਰ ਸਕਦੇ ਜੋ ਭਾਰਤ ਵਿੱਚ ਫਸੇ ਨੇ ਤੇ ਆਸਟ੍ਰੇਲੀਆ ਨਹੀਂ ਆ ਸਕਦੇ। ਪਰ ਇਸ ਸਮੇਂ ਜੋ ਸਥਿਤੀ ਭਾਰਤ ਵਿੱਚ ਬਣੀ ਹੋਈ ਹੈ ਉਸ ਦੇ ਤਹਿਤ ਗੰਭੀਰ ਜ਼ੋਖਮ ਅਸੀਂ ਉਠਾ ਵੀ ਨਹੀਂ ਸਕਦੇ। ਇਸ ਲਈ ਆਸਟ੍ਰੇਲੀਆ ਦੇ ਲੋਕਾਂ ਦੀ ਅਸੀਂ ਸਿਹਤ ਨੂੰ ਧਿਆਨ ਦੇ ਵਿੱਚ ਰੱਖਦਿਆਂ ਇਹ ਸਖਤ ਫੈਸਲਾ ਲਿਆ ਅਤੇ ਇਹਦੇ ਬਾਬਤ ਕਹਿੰਦੇ ਇਹ ਕੋਈ ਪੱਖਪਾਤ ਨਹੀਂ ਕੀਤਾ ਗਿਆ ਕਿ ਭਾਰਤੀ ਲੋਕਾਂ ਤੇ। ਉਹ ਕਹਿੰਦੇ ਤਾਂ ਆਸਟ੍ਰੇਲੀਆ ਦੇ ਵਿੱਚ ਵੀ ਜਿਹੜੇ ਨਾਗਰਿਕ ਨੇ ਉੱਥੇ ਭਾਵੇਂ ਗਏ ਹੋਏ ਸੀ, ਇਹ ਫੈਸਲਾ ਉਹਨਾਂ ਤੇ ਵੀ ਲਾਗੂ ਹੁੰਦਾ ਹੈ। ਦੱਸਣਾ ਬਣਦਾ ਕਿ ਇਸ ਸਮੇਂ ਜਿਹੜੀਆਂ ਖਬਰਾਂ ਮੁੱਢਲੀਆਂ ਮਿਲ ਰਹੀਆਂ ਨੇ ਕਿ ਲਗਭਗ 9,000 ਇਸ ਤਰ੍ਹਾਂ ਦੇ ਲੋਕ ਹੈ ਜਿਹੜੇ ਭਾਰਤ ਵਿੱਚ ਇਸ ਵਕਤ ਫਸੇ ਹੋਏ ਨੇ ਤੇ ਆਸਟ੍ਰੇਲੀਆ ਵਾਪਸੀ ਦਾ ਇੰਤਜ਼ਾਰ ਕਰ ਰਹੇ ਹੈ। ਪਰ ਇਹ ਫਿਲਹਾਲ ਜਿਹੜੀਆਂ ਪਾਬੰਦੀਆਂ ਨੇ 15 ਮਈ 2021 ਤੱਕ ਲਗਾਈਆਂ ਹੋਈਆਂ ਨੇ। ਸਥਿਤੀ ਦੇਖੀ ਜਾਏਗੀ, ਸਥਿਤੀ ਭਾਂਪੀ ਜਾਵੇਗੀ। ਜੇਕਰ ਸਭ ਕੁਝ ਠੀਕ ਠਾਕ ਹੋਣ ਲੱਗਿਆ ਤਾਂ ਹੋ ਸਕਦਾ ਕਿ 15 ਮਈ ਤੋਂ ਬਾਅਦ ਇਹ ਪਾਬੰਦੀਆਂ ਚੁੱਕ ਵੀ ਲਈਆਂ ਜਾਣ। ਤੇ ਅਗਲੀ ਖਬਰ ਸਾਡੇ ਆਪਣੇ ਇਸ ਮੁਲਕ ਕੈਨੇਡਾ ਵੱਲੋਂ ਆਈ ਹੈ, ਪਰ ਖਬਰ ਬੜੀ ਮਾੜੀ ਹੈ, ਖਬਰ ਬਹੁਤ ਮੰਦਭਾਗੀ ਹੈ। 3 ਪੰਜਾਬੀ ਨੌਜਵਾਨਾਂ ਦੀ ਮੌਤ ਹੋਈ ਹੈ। ਪਹਿਲੀ ਜਿਹੜੀ ਖਬਰ ਮਿਲੀ, ਪਿੰਡ ਚੀਮਿਆਂ ਦਾ ਨੌਜਵਾਨ ਦਾ ਨਾਮ ਵਿਸ਼ਵਜੀਤ ਉਰਫ ਪ੍ਰਿੰਸ ਸਟੱਡੀ ਵੀਜ਼ੇ ਤੇ ਪੜ੍ਹਨ ਵਾਸਤੇ ਕੈਨੇਡਾ ਆਇਆ ਹੋਇਆ ਸੀ। ਪਤਾ ਲੱਗਿਆ ਕਿ ਸੰਖੇਪ ਜੀ ਬਿਮਾਰੀ ਤੋਂ ਬਾਅਦ ਅਚਨਚੇਤ ਪ੍ਰਿੰਸ ਦੀ ਮੌਤ ਹੋ ਗਈ ਹੈ। ਵਿਸ਼ਵਜੀਤ ਦੀ ਮੌਤ ਦੀ ਖਬਰ ਜਿਵੇਂ ਪਰਿਵਾਰਕ ਮੈਂਬਰਾਂ ਨੂੰ ਮਿਲੀ, ਭਾਈਚਾਰੇ ਨੂੰ ਮਿਲੀ ਤਾਂ ਸੋਗ ਦੀ ਲਹਿਰ ਫੈਲ ਗਈ। ਜਾਣਕਾਰੀ ਦੇ ਅਨੁਸਾਰ ਨੌਜਵਾਨ ਪ੍ਰਿੰਸ ਅਧਿਆਪਕ ਆਗੂ ਮਾਸਟਰ ਮਨਜਿੰਦਰ ਸਿੰਘ ਚੀਮਾ ਅਤੇ ਮਾਤਾ ਸੰਦੀਪ ਕੌਰ ਦਾ ਇਕਲੌਤਾ ਪੁੱਤਰ ਸੀ। ਪਤਾ ਲੱਗਿਆ ਕਿ ਸੰਸਕਾਰ ਵੀ ਉਸ ਦਾ ਕੈਨੇਡਾ ਵਿੱਚ ਹੀ ਕਰ ਦਿੱਤਾ ਜਾਣਾ ਹੈ। ਇਸੇ ਤਰ੍ਹਾਂ ਇੱਕ ਹੋਰ ਮਾਮਲੇ ਦੇ ਵਿੱਚ ਕੈਨੇਡਾ ਦੇ ਕੈਲੇਡਨ ਦੇ ਵਿੱਚ ਇੱਕ ਪੰਜਾਬੀ ਡਰਾਈਵਰ ਟਰੱਕ ਚਲਾਉਂਦਾ ਸੀ। ਟਾਇਰ ਬਦਲਣ ਸਮੇਂ ਟਰੱਕ ਹੇਠ ਆਉਣ ਕਾਰਨ ਉਸ ਦੀ ਮੌਤ ਹੋਈ ਦੱਸੀ ਜਾ ਰਹੀ ਹੈ, ਜੋ ਬਰੈਂਪਟਨ ਦਾ ਰਹਿਣ ਵਾਲਾ ਸੀ। ਮ੍ਰਿਤਕ ਦਾ ਨਾਮ ਜਸਵੰਤ ਸਿੰਘ ਸੰਧੂ ਉਰਫ ਸੋਨੂ ਸੀ। ਇਸ ਦੁਖਦਾਈ ਮੌਤ ਦੀ ਖਬਰ ਸੁਣ ਕੇ ਭਾਈਚਾਰੇ ਵਿੱਚ ਫਿਰ ਤੋਂ ਸੋਗ ਦੀ ਲਹਿਰ ਹੈ। ਦੱਸਿਆ ਜਾ ਰਿਹਾ ਹੈ ਕਿ ਨੌਜਵਾਨ ਕ੍ਰਿਕਟ ਦਾ ਵੀ ਚੰਗਾ ਖਿਡਾਰੀ ਸੀ। ਹਾਦਸੇ ਤੋਂ ਬਾਅਦ ਅਗਲੇ ਦਿਨ ਉਸ ਦਾ ਜਨਮ ਦਿਨ ਵੀ ਸੀ। ਇਸੇ ਤਰ੍ਹਾਂ ਇੱਕ ਹੋਰ ਗੱਭਰੂ ਜੋ ਗੁਰਦਾਸਪੁਰ ਨਾਲ ਸੰਬੰਧਿਤ ਦੱਸਿਆ ਜਾ ਰਿਹਾ ਹੈ ਅਤੇ ਕੈਨੇਡਾ ਦੇ ਵਿੱਚ ਬੀਤੇ ਲਗਭਗ 4 ਸਾਲ ਤੋਂ ਰਹਿ ਰਿਹਾ ਸੀ। ਇਸ ਨੌਜਵਾਨ ਦੀ ਵੀ ਸੜਕ ਹਾਦਸੇ 'ਚ ਮੌਤ ਹੋਈ ਹੈ। ਮ੍ਰਿਤਕ ਨੌਜਵਾਨ ਦਾ ਨਾਮ ਸਾਹਿਲ ਕਪੂਰ ਦੱਸਿਆ ਗਿਆ ਤੇ ਉਮਰ ਸਿਰਫ ਲਗਭਗ 31 ਵਰ੍ਹੇ ਸੀ। ਮ੍ਰਿਤਕ ਦੇ ਪਿਤਾ ਸੰਦੀਪ ਕਪੂਰ ਦੇ ਅਨੁਸਾਰ ਸਾਹਿਲ ਉਹਨਾਂ ਦਾ ਇਕਲੌਤਾ ਪੁੱਤਰ ਸੀ। ਉਹਦਾ ਵਿਆਹ ਇੱਥੋਂ ਦੀ ਰਹਿਣ ਵਾਲੀ ਇੱਕ ਕੁੜੀ ਨਾਲ ਹੋਇਆ ਤੇ ਉਹ 4 ਸਾਲ ਪਹਿਲਾਂ ਕੈਨੇਡਾ ਆਇਆ। ਵਿਆਹ ਤੋਂ ਬਾਅਦ ਸਾਹਿਲ ਵੀ ਕੈਨੇਡਾ ਆ ਕੇ ਆਪਣੀ ਘਰਵਾਲੀ ਕੋਲ ਰਹਿ ਕੇ ਬੜਾ ਖੁਸ਼ ਸੀ। ਉਹ ਕਹਿੰਦੇ ਅੱਜ ਤੜਕਸਾਰ ਸਾਨੂੰ ਕੈਨੇਡਾ ਤੋਂ ਫੋਨ ਆਇਆ ਕਿ ਸਾਹਿਲ ਦੀ ਸੜਕ ਹਾਦਸੇ ਵਿੱਚ ਮੌਤ ਹੋ ਗਈ ਹੈ। ਉਹਨਾਂ ਦੱਸਿਆ ਕਿ ਸਾਹਿਲ ਆਪਣੇ 2 ਦੋਸਤਾਂ ਨਾਲ ਮੋਟਰਸਾਈਕਲਾਂ ਤੇ ਜਾ ਰਿਹਾ ਸੀ। ਇਸੇ ਦੌਰਾਨ ਉਸਦੇ ਦੋਵੇਂ ਦੋਸਤਾਂ ਦੇ ਮੋਟਰਸਾਈਕਲ ਆਪਸ ਵਿੱਚ ਟਕਰਾ ਗਏ। ਸਾਹਿਲ ਨੇ ਆਪਣਾ ਮੋਟਰਸਾਈਕਲ ਇੱਕ ਪਾਸੇ ਖੜਾ ਕੀਤਾ ਤੇ ਜਿਹੜੇ 2 ਮੋਟਰਸਾਈਕਲ ਟਕਰਾਏ ਸੀ ਉਹਨਾਂ ਨੂੰ ਜ਼ਖਮੀ ਹੋਇਆ ਨੂੰ ਚੁੱਕਣ ਦੇ ਵਾਸਤੇ ਉਹਨਾਂ ਦੇ ਨੇੜੇ ਗਿਆ। ਉਹ ਕਹਿੰਦਾ ਸੜਕ ਤੋਂ ਹਾਲੇ ਚੁੱਕੀ ਜਾ ਰਹੇ ਸੀ, ਉਹਨਾਂ ਨੂੰ ਕਿਨਾਰੇ ਤੇ ਲਿਆ ਹੀ ਰਿਹਾ ਸੀ। ਉਸ ਤੋਂ ਬਾਅਦ ਸਾਹਿਲ ਆਪਣੇ ਦੋਸਤਾਂ ਮੋਟਰਸਾਈਕਲ ਸੜਕ ਤੋਂ ਉਠਾ ਰਿਹਾ ਸੀ ਕਿ ਪਾਸੇ ਕਰਦੇ ਹਾਂ,
अचनचेत एक ट्राला आउंदा ते साहिल नूं अपने नाल घड़ीसता लै गया। हादसे की सूचना पुलिस नूं दित्ती गई। एयर एंबूलेंस भाव हैलीकॉप्टर उत्थे लिआंदा गया। एयर एंबूलेंस के राहीं साहिल नूं तेजी दे नाल हस्पताल पहुंचाया गया, पर 10 मिनट बाद साहिल की मौत हो गई। हुण मृतक के पिता ने दस्सिया कि साहिल की पत्नी इस वक्त गर्भवती है। मापे उसते इंडिया विच ने। कोविड कारण पाबंदियां लगियां हुई ने। वो कहते सानूं हुण ये समझ नहीं आ रही कि साडे पुत्र दे आखिरी दर्शन असीं किवें करिए। कि साडे पुत्र की लाश आवेगी, गुरदासपुर आवेगी, जां असीं दोवें पत्नी पत्नी आखिरी बार उसनूं तक्कण वास्ते कैनेडा जा सकांगे। अपने आप दे विच तिन्ने ही मौतां बहुत दुखदाई ने। ते गभरू जवान इस वक्त 3 नौजवान पुत वक्खो वक् परिवारां दे इस फानी दुनिया नूं अलविदा आख गए। अगली जिहड़ी खबर है, भारत के प्रधानमंत्री ते दोष लग रहा है, मौतां दे कतल के दोष लग रहे हैं। एक अखबार ने नहीं, वक्खो वक् अखबारां ने सुर्खियां बनाईयां ने, क्योंकि 5 सूबियां दे विच चोणां होईयां, चोणां दे नतीजे आ चुके हैं। उन्हां नतीजिਆਂ ਨੂੰ ਵੱਖੋ-ਵੱਖ अखबारां ने आपो अपने तरीके नाल हैडलाइनस बनाईयां ने। पश्चिमी बंगाल विधान सभा चोणां दे विच करो जां मरो दी जंग। तृणमूल कांग्रेस की नेता ममता बैनर्जी अते दूसरे पासे भारतीय जनता पार्टी के अमित शाह अते प्रधानमंत्री नरेंद्र मोदी की जोड़ी के विचकार आखिरकार ममता बैनर्जी की पार्टी को जित मिली, पर वो खुद हार गए। दुनिया भर के मीडिया के विच एक खबर चर्चा का विषय बनी कि ममता हार के भी जिती, क्योंकि उन्होंने पार्टी जित गई है पर वो खुद हार गए सन। तो उन्होंने 5 मई को तीसरी बार मुख्यमंत्री के अहुदे की सौं चुक लैनी है। भारत का गुआढ़ी मुल्क है बांग्लादेश। उत्थों के अखबारों के उत्ते सब तो पहले सफ़े के उत्ते जिहड़ी हैडलाइन बनी है, ममता की जित हार दी खबरां लीड दी गई। दुनिया दी होर बहुत सारिया अखबारां ने, बहुत सारे मुल्कों के विच भी पश्चिमी बंगाल दे विच भाजपा की करारी हार लई करोना वायरस से काबू पाउण विच मोदी सरकार की असफलता नूं जिम्मेवार, मौतां नूं जिम्मेवार ठहराया। बांग्लादेश की मुख्य अखबार डेली स्टार ने लीड स्टोरी का हैडिंग लिखिया है, ममता की कौड़ी जित। ममता नूं नंदीग्राम की जबरदस्त टक्कर विच हार का मूँह देखना पिया, पर तृणमूल कांग्रेस की इस चमत्कारी लीडर ने अपनी पार्टी नूं पश्चिमी बंगाल विच तीसरी बार सत्ता विच लिया दिता। ममता बैनर्जी ने अपने सबर ते सियासी सूझबूझ नाल इकल्लियां ही नरेंद्र मोदी अते भारतीय जनता पार्टी की लहर नूं चित कर दिता। वो भी उदों जदों भाजपा के अपने नेतावां ने पूरी फौज पश्चिमी बंगाल विच उतारी होवे, सरकारी मशीनरी की जिन्नी वरतों की जा सकती होवे कीती। इत्थों के प्रशांत किशोर ने भी एक टीवी इंटरव्यू विच कहा कि मैं अपने निजी तजर्बे तो दस सकदा कि जिन्नियां धक्कियां चोण कमिशन ने पश्चिमी बंगाल की चोण विच उड़ाइयां ने, वो इंज लग रहा सी जिवें चोण कमिशन ना होवे, भारतीय जनता पार्टी का कोई अंग होवे। पर इहदे बावजूद भी तृणमूल कांग्रेस बाजी मार गई। बांग्ला भाषा दीयां अखबारां ने भी ममता की जित नूं लीड स्टोरी दित्ती। दसना बनता है कि पश्चिमी बंगाल विच चोणां दौरान प्रधानमंत्री मोदी बांग्लादेश की यात्रा ते भी गए सी, उत्थे दंगे फसाद भी होए सन। उन्होंने उत्थों की बंगाली मतुआ भाईचारे ते निशाना बिन्हण की कोशिश की सी। अल जजीरा एक वड्डा चैनल भी है तो उन्होंने वैबसाइट भी है। अल जजीरा ने लिखा है कि भारत विच करोना महामारी के पीक ते पहुंचण विचाले पश्चिमी बंगाल विच ममता बैनर्जी ने भाजपा नूं करारी हार दी। अल जजीरा ने अगे लिखा है कि मोदी की करोना महामारी ते ध्यान देण दी बजाए चोणां ते ध्यान फोकस करन नूं लैके चुफेरी आलोचना। BBC ने लिखा है कि भारत के प्रधानमंत्री नरेंद्र मोदी की पार्टी करोना वायरस नाल रिकॉर्ड मौतां विचकार पश्चिमी बंगाल वर्गे प्रमुख सूबे विच बुरी तरह फेल। चोण प्रचार दौरान भाजपा ने पश्चिमी बंगाल विच अपनी पूरी ताकत झोंकी। उन्हां दी विरोधी ममता बैनर्जी ने फिर भी उन्होंने करारी हार दी। मोदी ते दोष ये लग रहे ने वक्खो वक् अखबारां विच, वक्खो वक् मीडिया दे विच कि करोना वायरस महामारी नाल एक पासे लोग कुरला रहे सन, लोग हस्पतालों विच रो रहे सन, लोगों के परिवारक जीआं दीआं मौतां हो रही सन, पर भारत के प्रधानमंत्री नरेंद्र मोदी का उधर कोई ध्यान नहीं। वो पश्चिमी बंगाल नूं जितना चाहते सन। कुछ एक लोग
ਉਹਨਾਂ ਦੇ ਉੱਤੇ ਕਤਲ ਦੇ ਇਲਜ਼ਾਮ ਲਾ ਰਹੇ ਨੇ ਕਿ ਇਹ ਮੌਤਾਂ ਦਾ ਜ਼ਿੰਮੇਵਾਰ ਭਾਰਤ ਦਾ ਪ੍ਰਧਾਨ ਮੰਤਰੀ ਹੈ। ਤੇ ਦੂਸਰੇ ਪਾਸੇ ਕੁਝ ਅਖਬਾਰਾਂ ਲਿਖ ਰਹੀਆਂ ਨੇ, ਕੁਝ ਪਰਿਵਾਰ ਦੇ ਜੀ ਇਸ ਤਰ੍ਹਾਂ ਦੇ ਇਲਜ਼ਾਮ ਲਾ ਰਹੇ ਹੈ। ਪਰ ਇੱਧਰ ਰਾਹੁਲ ਗਾਂਧੀ ਉਹਨਾਂ ਨੇ ਨਿਸ਼ਾਨੇ ਵਿੰਨੇ ਨੇ। ਨਿਸ਼ਾਨੇ ਵਿੰਨਦਿਆਂ ਉਹਨਾਂ ਨੇ ਟਵੀਟ ਵੀ ਕੀਤਾ, ਕਿਉਂਕਿ ਕਾਂਗਰਸ ਦੇ ਸਾਬਕਾ ਪ੍ਰਧਾਨ ਨੇ। ਭਾਵੇਂ ਇਹਨਾਂ ਚੋਣਾਂ ਦੇ ਵਿੱਚ ਉਹਨਾਂ ਦੀ ਪਾਰਟੀ ਦੀ ਕਾਰਗੁਜ਼ਾਰੀ ਸ਼ਰਮਨਾਕ ਰਹੀ ਹੈ, ਸਭ ਤੋਂ ਪੁਰਾਣੀ ਪਾਰਟੀ ਹੈ, ਪਰ ਉਹ ਸਮੇਂ-ਸਮੇਂ ਤੇ ਨਿਸ਼ਾਨੇ ਜ਼ਰੂਰ ਵਿੰਨਦੇ ਆ। ਕਰਨਾਟਕ ਦੇ ਚਾਮਰਾਜ ਨਗਰ ਦੇ ਵਿੱਚ ਆਕਸੀਜਨ ਦੀ ਘਾਟ ਨਾਲ ਖਬਰ ਮਿਲ ਰਹੀ ਹੈ ਕਿ 24 ਮਰੀਜ਼ਾਂ ਦੀ ਮੌਤ ਹੋਈ ਹੈ। ਉਹਨਾਂ ਨੇ ਸਰਕਾਰ ਨੂੰ ਸਵਾਲ ਕੀਤੇ ਹੈ ਕਿ ਉਹ ਦੱਸਣ ਕਿ ਇਸ ਘਟਨਾ ਦੇ ਪੀੜਤ ਮਰੇ ਨੇ ਜਾਂ ਫਿਰ ਮਾਰੇ ਨੇ। ਰਾਹੁਲ ਨੇ ਟਵੀਟ ਕੀਤਾ, ਮਰ ਗਏ ਜਾਂ ਮਾਰੇ ਗਏ। ਉਹਨਾਂ ਦੇ ਪਰਿਵਾਰਾਂ ਪ੍ਰਤੀ ਉਹਨਾਂ ਲਿਖਿਆ ਕਿ ਮੇਰੀ ਹਮਦਰਦੀ। ਸਿਸਟਮ ਦੇ ਜਾਗਣ ਤੋਂ ਬਾਅਦ ਪਹਿਲਾਂ ਅਜਿਹਾ ਹੋਰ ਕਿੰਨਾ ਦੁੱਖ ਸਹਿਣ ਕਰਨਾ ਪਵੇਗਾ। ਇਹ ਟਵੀਟ ਕੀਤਾ ਉਹਨਾਂ ਨੇ। ਹੁਣ ਕਾਂਗਰਸ ਸੰਚਾਰ ਵਿਭਾਗ ਦੇ ਮੁਖੀ ਰਣਦੀਪ ਸਿੰਘ ਸੂਰਜੇਵਾਲਾ ਨੇ ਵੀ ਉਹਨਾਂ ਦੇ ਬੁਲਾਰੇ ਹੈ। ਉਹਨਾਂ ਨੇ ਇਸ ਘਟਨਾ ਤੇ ਸਵਾਲ ਉਠਾਇਆ ਤੇ ਕਿਹਾ ਕਿ ਇਹ ਕਤਲ ਯੇਦੀਯੁਰੱਪਾ ਸਰਕਾਰ ਦੀ ਲਾਪਰਵਾਹੀ ਨਾਲ ਹੋਇਆ ਹੈ। ਸਿਹਤ ਮੰਤਰੀ ਅਸਤੀਫਾ ਦੇਣ, ਕੀ ਮੁੱਖ ਮੰਤਰੀ ਯੇਦੀਯੁਰੱਪਾ ਜੀ ਇਹਨਾਂ ਮੌਤਾਂ ਦੀ ਨੈਤਿਕ ਜ਼ਿੰਮੇਵਾਰੀ ਲੈਣਗੇ? ਦੱਸਣਾ ਬਣਦਾ ਕਿ ਕਰਨਾਟਕ ਦੇ ਚਾਮਰਾਜ ਨਗਰ ਜ਼ਿਲ੍ਹੇ ਵਿੱਚ ਬੀਤੇ ਕੁਝ ਘੰਟਿਆਂ ਦੇ ਦੌਰਾਨ ਆਕਸੀਜਨ ਦੀ ਘਾਟ ਦੇ ਕਾਰਨ ਵੱਖੋ-ਵੱਖ ਹਸਪਤਾਲਾਂ ਵਿੱਚ 24 ਕੋਵਿਡ ਮਰੀਜ਼ਾਂ ਦੀ ਮੌਤ। ਚਾਮਰਾਜ ਨਗਰ ਦੇ ਡੀਸੀ ਰਵੀ ਨੇ ਕਿਹਾ ਹੈ ਕਿ ਇਹਨਾਂ ਵਿੱਚੋਂ 23 ਮਰੀਜ਼ਾਂ ਦੀ ਮੌਤ ਸਰਕਾਰੀ ਹਸਪਤਾਲਾਂ ਵਿੱਚ ਹੋਈ ਹੈ, ਜਦੋਂ ਕਿ ਇੱਕ ਹੋਰ ਮਰੀਜ਼ ਨੇ ਇੱਕ ਪ੍ਰਾਈਵੇਟ ਹਸਪਤਾਲ ਵਿੱਚ ਦਮ ਤੋੜਿਆ। ਉਹਨਾਂ ਦੱਸਿਆ ਹੈ ਕਿ ਮਰੀਜ਼ਾਂ ਦੀ ਮੌਤ ਐਤਵਾਰ ਨੂੰ 8 ਵਜੇ ਤੋਂ ਲੈ ਕੇ ਸੋਮਵਾਰ ਦੇ 8 ਵਜੇ ਦੇ ਦਰਮਿਆਨ, ਭਾਵ 24 ਘੰਟਿਆਂ ਦੇ ਅੰਦਰ ਹੋਈ। ਇਸ ਤੋਂ ਇਲਾਵਾ 11 ਹੋਰ ਮਰੀਜ਼ਾਂ ਦੀਆਂ ਮੌਤਾਂ ਵੱਖੋ-ਵੱਖ ਗੰਭੀਰ ਬਿਮਾਰੀਆਂ ਨਾਲ ਹੋਣ ਦੀ ਰਿਪੋਰਟ ਵੀ ਸਾਹਮਣੇ ਆਈ ਹੈ। ਡਾਕਟਰ ਰਵੀ ਨੇ ਦੱਸਿਆ ਕਿ ਜਿਨ੍ਹਾਂ ਮਰੀਜ਼ਾਂ ਦੀ ਮੌਤ ਹੋਈ ਉਹ ਸਾਰੇ ਵੈਂਟੀਲੇਟਰ ਤੇ ਸਨ। ਉਹਨਾਂ ਕਿਹਾ ਕਿ ਇਹਨਾਂ ਮਰੀਜ਼ਾਂ ਦੀ ਮੌਤ ਆਕਸੀਜਨ ਦੀ ਘਾਟ ਕਾਰਨ ਹੋਈ ਹੋਵੇ ਇਹ ਜ਼ਰੂਰੀ ਨਹੀਂ, ਪਰ ਦੂਸਰੇ ਪਾਸੇ ਹਸਪਤਾਲ ਦੇ ਡਾਕਟਰ ਕਹਿ ਰਹੇ ਨੇ ਕਿ ਬਿਲਕੁਲ ਆਕਸੀਜਨ ਦੀ ਕਮੀ ਦੇ ਕਾਰਨ ਇਹਨਾਂ ਦੀ ਮੌਤ ਹੋਈ ਹੈ। ਬੀਤੇ ਕਿੰਨਿਆਂ ਦਿਨਾਂ ਤੋਂ ਸੁਪਰੀਮ ਕੋਰਟ ਆਖ ਰਹੀ ਹੈ ਕਿ ਭਾਵੇਂ ਕੋਈ ਵੀ ਸੂਬਾ ਹੈ, ਕੋਈ ਉਹ ਦੂਰ ਹੈ, ਭਾਵੇਂ ਦਿੱਲੀ ਹੈ, ਭਾਵੇਂ ਪੰਜਾਬ ਹੈ, ਤੇ ਭਾਵੇਂ ਸੂਬਾ ਕੋਈ ਹੋਰ, ਉਹਨਾਂ ਨੂੰ ਆਕਸੀਜਨ ਦੀ ਜਿੰਨੀ ਉਹਨਾਂ ਦੀ ਜ਼ਰੂਰਤ ਹੈ ਸਪਲਾਈ ਬਹਾਲ ਕਰਨਾ ਕੇਂਦਰ ਸਰਕਾਰ ਦੀ ਜ਼ਿੰਮੇਵਾਰੀ ਹੈ। ਫਿਰ ਪਰਿਵਾਰਾਂ ਦੇ ਜੀ ਜਾਂ ਵਿਰੋਧੀ ਧਿਰਾਂ ਕਿਵੇਂ ਨਾ ਕਹਿਣ ਕਿ ਇਹ ਕਤਲ ਦੇ ਜ਼ਿੰਮੇਵਾਰ ਕੌਣ? ਤੁਸੀਂ ਵੀ ਲਿਖ ਦਿਓ, ਕਮੈਂਟ ਕਰ ਦਿਓ ਕਿ ਜਿਹੜੀਆਂ ਇਹ ਮੌਤਾਂ ਹੋ ਰਹੀਆਂ ਨੇ, ਜਿਸ ਤਰ੍ਹਾਂ ਰਾਹੁਲ ਗਾਂਧੀ ਪੁੱਛ ਰਹੇ ਨੇ ਕਿ ਲੋਕ ਮਰੇ ਹੈ ਜਾਂ ਮਾਰੇ ਹੈ, ਪਰਿਵਾਰ ਦੇ ਜੀ ਆਖ ਰਹੇ ਆ ਇਹ ਕਤਲ ਨੇ। ਸੋ ਤੁਸੀਂ ਇਹਨੂੰ ਕੀ ਮਹਿਸੂਸ ਕਰਦੇ ਹੋ? ਕਮੈਂਟ ਜ਼ਰੂਰ ਕਰਿਓ। ਆਂਧਰਾ ਪ੍ਰਦੇਸ਼ ਦੇ ਵਿੱਚੋਂ ਵੀ ਇਸ ਤਰ੍ਹਾਂ ਦੀ ਖਬਰਾਂ ਨੇ। ਬੀਤੇ ਦਿਨੀ ਦਿੱਲੀ ਦੇ ਹਸਪਤਾਲਾਂ ਵਿੱਚੋਂ ਇਸ ਤਰ੍ਹਾਂ ਦੀਆਂ ਖਬਰਾਂ ਸੀ। ਆਂਧਰਾ ਪ੍ਰਦੇਸ਼ ਦੇ ਅਨੰਤਪੁਰ ਅਤੇ ਕੁਰਨੂਲ ਦੇ ਵਿੱਚ ਖਬਰ ਮਿਲੀ ਹੈ ਕਿ ਆਕਸੀਜਨ ਦੀ ਸਪਲਾਈ ਬੰਦ ਹੋ ਗਈ, ਜਿਸ ਦੇ ਕਾਰਨ ਘੱਟੋ-ਘੱਟ 20 ਮਰੀਜ਼ਾਂ ਦੀ ਮੌਤ ਦੱਸੀ ਜਾ ਰਹੀ ਹੈ। ਅਨੰਤਪੁਰ ਦੇ ਸਰਕਾਰੀ ਹਸਪਤਾਲ ਦੇ ਵਿੱਚ 15 ਮਰੀਜ਼ਾਂ ਨੇ ਦਮ ਤੋੜਿਆ, ਜਦੋਂ ਕਿ ਕੁਰਨੂਲ ਦੇ ਇੱਕ ਪ੍ਰਾਈਵੇਟ ਹਸਪਤਾਲ ਵਿੱਚ 5 ਹੋਰ ਮਰੀਜ਼ਾਂ ਦੀ ਮੌਤ ਦੱਸੀ ਜਾ ਰਹੀ ਹੈ। ਦੱਸਿਆ ਜਾ ਰਿਹਾ ਕਿ ਹਸਪਤਾਲ ਦੇ ਵਿੱਚ ਆਕਸੀਜਨ ਦੀ ਸਪਲਾਈ ਅਚਾਨਕ ਬੰਦ ਹੋ ਗਈ, ਜਿਸ ਨਾਲ ਇਹ ਮਰੀਜ਼ ਮੌਤ ਦੇ ਮੂੰਹ ਵਿੱਚ ਚਲੇ ਗਏ। ਮ੍ਰਿਤਕਾਂ ਦੇ ਵਾਰਸਾਂ ਨੇ ਦੋਸ਼ ਲਾਇਆ ਕਿ ਮੌਤਾਂ ਮਰੀਜ਼ਾਂ ਨੂੰ ਆਕਸੀਜਨ ਨਾ ਮਿਲਣ ਦੇ ਕਾਰਨ ਹੋਈਆਂ ਨੇ। ਜੀਜੀਐਚ ਦੇ ਡਾਕਟਰਾਂ ਨੇ ਖੁਦ ਇਸ ਗੱਲ ਦੀ ਪੁਸ਼ਟੀ ਕਰ ਦਿੱਤੀ ਹੈ ਕਿ ਮਰੀਜ਼ਾਂ ਦੀ ਮੌਤ ਆਕਸੀਜਨ ਸਪਲਾਈ 'ਚ ਪ੍ਰੈਸ਼ਰ ਘਟਣ ਦੇ ਕਾਰਨ ਹੋਈ ਹੈ। ਤੇ ਦੂਸਰੇ ਪਾਸੇ ਹਲੇ ਤੁਸੀਂ ਦੇਖੋ ਕਿ ਸਰਕਾਰ ਮੰਨ ਹੀ ਨਹੀਂ ਰਹੀ। ਇਸ ਤਰ੍ਹਾਂ ਅਨੰਤਪੁਰ ਦੇ ਜ਼ਿਲ੍ਹਾ ਕਲੈਕਟਰ ਉਹਨਾਂ ਨੇ ਦੱਸਿਆ ਕਿ ਸਾਡੇ ਜ਼ਿਲ੍ਹੇ ਵਿੱਚ ਆਕਸੀਜਨ ਦੀ ਕੋਈ ਕਮੀ ਨਹੀਂ, ਪਰ ਘੱਟ ਪ੍ਰੈਸ਼ਰ ਦੀਆਂ ਸ਼ਿਕਾਇਤਾਂ ਸਾਨੂੰ ਜ਼ਰੂਰ ਮਿਲੀਆਂ ਨੇ। ਸ਼ਿਕਾਇਤਾਂ ਤੋਂ ਬਾਅਦ ਪੂਰੀਆਂ ਪਾਈਪਲਾਈਨਸ ਦੀ ਪੂਰੀ ਜਾਂਚ ਕੀਤੀ ਜਾ ਰਹੀ ਹੈ। ਕੁਰਨੂਲ ਦੇ ਇੱਕ ਪ੍ਰਾਈਵੇਟ ਹਸਪਤਾਲ ਦੇ ਵਿੱਚ ਪਤਾ ਲੱਗਿਆ ਕਿ 5 ਕੋਵਿਡ ਦੇ ਮਰੀਜ਼ ਸਨ। ਉਹਨਾਂ ਦੀ ਮੌਤ ਵੀ ਹੋਈ ਹੈ ਤੇ ਮੌਤ ਤੋਂ ਬਾਅਦ ਹਸਪਤਾਲ ਤੇ ਨਿਯਮਾਂ ਦੀਆਂ ਧੱਜੀਆਂ ਉਡਾਉਣ ਦੇ ਦੋਸ਼ ਵੀ ਲੱਗੇ ਹੈ। ਦੋਸ਼ ਹੈ ਕਿ ਬਿਨਾਂ ਕਿਸੇ ਵਿਵਸਥਾ ਦੇ ਅਤੇ ਸਰਕਾਰ ਦੀ ਆਗਿਆ ਤੋਂ ਬਗੈਰ ਹਸਪਤਾਲ ਦੇ ਵਿੱਚ ਕੋਵਿਡ ਮਰੀਜ਼ਾਂ ਦਾ ਇਲਾਜ ਚੱਲ ਰਿਹਾ ਸੀ। ਸ਼ਿਕਾਇਤ ਤੋਂ ਬਾਅਦ ਇਹ ਵੀ ਪਤਾ ਲੱਗ ਰਿਹਾ ਹੈ ਕਿ ਹਸਪਤਾਲ ਦੇ ਡਾਇਰੈਕਟਰ ਨੂੰ, ਪ੍ਰਬੰਧ ਨਿਰਦੇਸ਼ਕ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਜ਼ਿਲ੍ਹਾ ਅਧਿਕਾਰੀਆਂ ਨੇ ਮੌਤਾਂ ਦੀ ਜਾਂਚ ਦੇ ਹੁਕਮ ਦੇ ਦਿੱਤੇ ਹੈ ਅਤੇ ਹਸਪਤਾਲ ਦੇ ਜਿਹੜੇ ਪ੍ਰਬੰਧਕੀ ਲੋਕ ਨੇ ਉਹਨਾਂ ਦੇ ਖਿਲਾਫ ਮਾਮਲਾ ਵੀ ਦਰਜ ਕਰ ਲਿਆ ਗਿਆ। ਪਰ ਹੁਣ ਆਹ ਜਿਹੜੀ ਖਬਰ ਹੈ ਟਿਕਾਣੇ ਤੇ ਆ ਗਈ ਹੈ। ਜੇ ਕਿਸੇ ਹਸਪਤਾਲ ਦੇ ਵਿੱਚ ਕਿਸੇ ਮਰੀਜ਼ ਦੀ ਮੌਤ ਹੋ ਗਈ ਹੈ, ਉਹਦੇ ਜਿਹੜੇ ਪ੍ਰਬੰਧਕ ਨੇ ਉਹਨਾਂ ਦੇ ਉੱਤੇ ਮੁਕੱਦਮਾ ਜਾਂ ਪਰਚਾ ਦਰਜ ਹੁੰਦਾ ਹੈ। ਪਰ ਜਦੋਂ ਸੁਪਰੀਮ ਕੋਰਟ ਰੋਜ਼ਾਨਾ ਦੁਹਾਈ ਪਾਉਂਦੀ ਹੈ
कि ਇਹ ਕੇਂਦਰ ਸਰਕਾਰ ਦਾ ਫਰਜ਼ ਹੈ ਕਿ ਉਹਨਾਂ ਨੂੰ ਆਕਸੀਜਨ ਦੀ ਸਪਲਾਈ ਬਿਨਾਂ ਕਿਸੇ ਰੋਕ ਟੋਕ ਮਿਲੇ। ਜੇ ਹਸਪਤਾਲਾਂ ਦੇ ਵਿੱਚ ਸਪਲਾਈ ਹੀ ਹੈ ਨਹੀਂ, ਉਹਨਾਂ ਨੂੰ ਲੋੜੀਂਦੀ ਸਪਲਾਈ ਨਹੀਂ ਮਿਲ ਰਹੀ, ਤਾਂ ਫਿਰ ਇਹਦਾ ਜ਼ਿੰਮੇਵਾਰ ਕੌਣ ਹੈ? ਕੀ ਅਖਬਾਰਾਂ ਗਲਤ ਲਿਖ ਰਹੀਆਂ ਨੇ? ਕੀ ਰਾਹੁਲ ਗਾਂਧੀ ਦਾ ਟਵੀਟ ਗਲਤ ਹੈ? ਬਿਲਕੁਲ ਲਿਖਿਓ ਕਿ ਤੁਹਾਨੂੰ ਵੀ ਲੱਗਦਾ ਜਿਹੜੇ ਪਰਿਵਾਰ ਦੇ ਦੋਸ਼ ਲੋਕ ਲਾ ਰਹੇ ਨੇ ਕਿ ਇਹ ਕਤਲ ਨਹੀਂ। ਤੁਸੀਂ ਲਿਖਿਓ ਬੇਝਿਜਕ ਹੋ ਕੇ। ਤੇ ਅਗਲੀ ਖਬਰ ਇਨਸਾਨੀਅਤ ਨੂੰ ਸ਼ਰਮਸਾਰ ਕਰਦੀ ਖਬਰ ਹੈ। ਮੰਨਦੇ ਹਾਂ ਕਿ ਕੋਵਿਡ ਦਾ ਕਹਿਰ ਹੈ, ਮੰਨਦੇ ਹਾਂ ਕਿ ਹਾਹਾਕਾਰ ਮੱਚੀ ਹੋਈ ਹੈ, ਪਰ ਗੁਆਂਢੀ ਨੂੰ ਗੁਆਂਢੀ ਨਾ ਪਛਾਣੇ, ਆਪਣੇ ਨੂੰ ਆਪਣਾ ਪਿੱਠ ਦੇਵੇ, ਇਹ ਤੇ ਨਹੀਂ ਨਾ ਗੱਲ ਚੰਗੀ। ਹਜ਼ਾਰਾਂ ਲੋਕਾਂ ਦੀਆਂ ਜਾਨਾਂ ਜਾ ਰਹੀਆਂ ਨੇ, ਪਰ ਉਹਨਾਂ ਦੇ ਕਿਰਿਆਕਰਮ ਤਾਂ ਕਰਨੇ ਆ ਨਾ। ਖਬਰ ਮਿਲ ਰਹੀ ਹੈ ਝਾਰਖੰਡ ਦੇ ਵਿੱਚੋਂ, ਹੈਰਾਨ ਕਰਨ ਵਾਲਾ ਵੈਸੇ ਮਾਮਲਾ ਹੈ। ਝਾਰਖੰਡ ਦੇ ਲਾਤੇਹਾਰ ਜ਼ਿਲ੍ਹੇ ਦੇ ਬਰਿਆਤੂ ਬਲਾਕ ਦੇ ਹੈੱਡਕੁਆਟਰ ਬਸਤੀ ਰੋਡ ਦੇ ਵਿੱਚ ਖਬਰ ਮਿਲੀ ਕਿ 35 ਕੁ ਵਰ੍ਹਿਆਂ ਦਾ ਸੰਜੇ ਪਾਸੀ, ਉਹਦੀ ਮੌਤ ਹੋ ਗਈ। ਸੰਜੇ ਦੀ ਮ੍ਰਿਤਕ ਦੇਹ ਨੂੰ ਸ਼ਮਸ਼ਾਨ ਘਾਟ ਤੱਕ ਲੈ ਕੇ ਜਾਣਾ ਸੀ। ਹੁਣ 4 ਬੰਦਿਆਂ ਦੀ ਤਾਂ ਜ਼ਰੂਰਤ ਘੱਟੋ ਘੱਟ ਪੈਂਦੀ ਹੈ ਨਾ। ਹੁਣ ਪਰਿਵਾਰ 'ਚ ਜੇ 4 ਜੀ ਮੋਢਾ ਦੇਣ ਵਾਲੇ ਹੋਣਗੇ ਤਾਂ ਲੈ ਜਾਣਗੇ। ਪਰਿਵਾਰ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਆਖਰਕਾਰ ਪਰਿਵਾਰ ਨੇ ਮ੍ਰਿਤਕ ਸੰਜੇ ਪਾਸੀ ਨੂੰ ਇੱਕ ਜਿਹੜਾ ਰੇੜੀ ਜੀ, ਰਿਕਸ਼ਾ ਰੇੜੀ ਜੀ ਹੁੰਦੀ ਹੈ, ਕਈਆਂ ਇਲਾਕਿਆਂ 'ਚ ਠੇਲਾ ਵੀ ਕਹਿ ਦਿੰਦੇ ਹੋਣਗੇ, ਰਿਕਸ਼ਾ ਰੇੜੀ ਤੇ ਆਪਣੇ ਪਰਿਵਾਰਕ ਸੰਜੇ ਪਾਸੀ ਦੀ ਆਪਣੇ ਪਰਿਵਾਰਕ ਜੀ ਦੀ ਡੈੱਡ ਬੋਡੀ ਰੱਖੀ, ਸ਼ਮਸ਼ਾਨ ਘਾਟ ਤੱਕ ਲੈ ਕੇ ਗਏ। ਮ੍ਰਿਤਕ ਸੰਜੇ ਪਾਸੀ ਦੇ ਪਰਿਵਾਰ ਨੇ ਦੱਸਿਆ ਕਿ ਬੀਤੇ ਕੁਝ ਕੁ ਦਿਨਾਂ ਤੋਂ ਉਹ ਖੰਘ ਨਾਲ ਬੁਖਾਰ ਨਾਲ ਪੀੜਤ ਸੀ। ਇਲਾਜ ਵਾਸਤੇ ਹਜ਼ਾਰੀਬਾਗ ਉਸ ਨੂੰ ਲਿਜਾਇਆ ਗਿਆ, ਪਰ ਰਸਤੇ ਵਿੱਚ ਉਹਨਾਂ ਦੀ ਮੌਤ ਹੋ ਗਈ। ਦੂਸਰੇ ਪਾਸੇ ਬਰਿਆਤੀ TOP ਇੰਚਾਰਜ ਕੁਬੇਰ ਨੇ ਦੱਸਿਆ ਕਿ ਮੈਂ ਮਨੁੱਖਤਾ ਦਿਖਾਈ ਹੈ, ਮੈਂ ਇਨਸਾਨੀਅਤ ਨੂੰ ਮੰਨਿਆ ਕਿ ਇਹ ਵੱਡਾ ਧਰਮ ਹੈ। ਉਹਨਾਂ ਦੇ ਘਰ ਮੈਂ ਪਹੁੰਚਿਆ ਕਿ ਅਫਸੋਸ ਕੀਤਾ ਜਾਵੇ। ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਨਾਲ ਜਿੱਥੇ ਦੁੱਖ ਸਾਂਝਾ ਕੀਤਾ, ਹਮਦਰਦੀ ਪ੍ਰਗਟਾਈ, ਤੇ ਉੱਥੇ ਉਹਨਾਂ ਨੂੰ ਪੁੱਛਿਆ ਕਿ ਤੁਹਾਨੂੰ ਕਿਹੜੀ ਚੀਜ਼ ਦੀ ਜ਼ਰੂਰਤ ਹੈ। ਫਿਰ ਸੰਦੀਪ ਕੁਮਾਰ, ਜਿਹੜੇ MPW ਸੰਦੀਪ ਕੁਮਾਰ ਨੇ, ਉਹਨਾਂ ਨੂੰ ਆਖਿਆ ਗਿਆ ਕਿ ਪਰਿਵਾਰ ਨੂੰ ਘੱਟੋ ਘੱਟ PP ਕਿਟਸ ਦੀ ਵਿਵਸਥਾ ਕਰ ਦਿਓ ਤਾਂ ਕਿ ਉਹ ਆਪਣੇ ਪਰਿਵਾਰਕ ਮੈਂਬਰ ਨੂੰ ਮੜੀਆਂ ਤੱਕ, ਸਿਵਿਆਂ ਤੱਕ ਲੈ ਜਾਣ। ਫਿਰ ਪਤਾ ਲੱਗਿਆ ਕਿ 4 PPE ਕਿੱਟ ਦਾ ਸੰਜੇ ਕੁਮਾਰ ਨੇ ਪ੍ਰਬੰਧ ਕਰਕੇ ਦਿੱਤਾ। ਪਰਿਵਾਰ ਦੇ ਮੈਂਬਰ PPE ਕਿੱਟ ਪਾ ਕੇ ਸੰਜੇ ਪਾਸੀ ਨੂੰ ਇੱਕ ਰਿਕਸ਼ਾ ਰੇੜਾ ਤੇ ਲੈ ਕੇ ਗਏ, ਪਰ ਪਿੱਛੇ ਪਿੰਡ ਦਾ ਕੋਈ ਨਹੀਂ ਗਿਆ। ਕੋਈ ਪਿੰਡ ਦਾ ਨਹੀਂ ਗਿਆ ਉਹਨਾਂ ਦੇ ਨਾਲ। ਮ੍ਰਿਤਕ ਵਿਅਕਤੀ ਆਪਣੇ ਪਿੱਛੇ 4 ਧੀਆਂ ਤੇ 1 ਪੁੱਤ ਛੱਡ ਕੇ ਗਿਆ। ਹੁਣ ਇੱਥੇ ਕਹਾਣੀ ਸੀ ਕਿ 3 ਧੀਆਂ ਸੀ ਬੰਦੇ ਤੇ 1 ਪੁੱਤ ਸੀ, ਤੇ ਮੋਢਾ ਕੌਣ ਦੇਵੇ? ਕਿਉਂਕਿ ਇਹ ਰੀਤ ਸਾਨੂੰ ਤੋੜਨੀ ਪਊ। ਜੇ ਪੁੱਤਾਂ ਤੇ ਧੀਆਂ ਵਿਚਕਾਰ ਕੋਈ ਫਰਕ ਨਹੀਂ ਤਾਂ ਸਾਨੂੰ ਹੁਣ ਮੋਢੇ ਵੀ ਦੇਣੇ ਪੈਣਗੇ। ਪਰ ਧੀਆਂ ਇੰਨੇ ਜੋਗੀਆਂ ਹੈ ਨਹੀਂ ਸੀ ਕਿ ਆਪਣੇ ਬਾਪ ਨੂੰ 35 ਵਰ੍ਹਿਆਂ ਤੋਂ ਦੀ ਸਾਰੀ ਹਜੇ ਉਮਰ ਸੀ। ਹੁਣ ਆਪ ਹਿਸਾਬ ਲਾ ਲਓ ਕਿ 35 ਵਰ੍ਹਿਆਂ ਦੇ ਵਿਅਕਤੀ ਦੇ ਬੱਚਿਆਂ ਦੀ ਉਮਰ ਕਿੰਨੀ ਹੋਣੀ ਹੈ। ਉਹ ਮੋਢਾ ਦੇਣ ਜੋਗੇ ਨਹੀਂ ਸੀ। ਪਰ ਸ਼ਰਮਨਾਕ ਗੱਲ ਹੈ ਕਿ ਪਿੰਡ ਦਾ ਕੋਈ ਬੰਦਾ ਮੋਢਾ ਦੇਣ ਨਹੀਂ ਆਇਆ। ਅਗਲੀ ਖਬਰ ਕਿ ਕੋਵਿਡ ਦੇ ਮਾਮਲੇ ਲਗਾਤਾਰ ਵੱਧ ਰਹੇ ਹੈ। ਬੀਤੇ ਕਈ ਦਿਨ ਤੋਂ ਤੁਸੀਂ ਲਗਾਤਾਰ ਸੁਣ ਰਹੇ ਹੋਵੋਗੇ ਕਿ ਹਰਿਆਣਾ ਆਖ ਰਿਹਾ ਕਿ ਅਸੀਂ ਲੋਕਡਾਊਨ ਲਾਉਣਾ ਨਹੀਂ, ਪਰ ਹੁਣ ਵੱਧ ਕਿੱਧਰ ਨੂੰ ਰਿਹਾ? ਪੰਜਾਬ ਦੀ ਵੀ ਖਬਰ ਨਾਲ ਹੀ ਆਉਣ ਵਾਲੀ ਹੈ। ਹਰਿਆਣਾ ਸਰਕਾਰ ਨੇ ਕੋਵਿਡ ਦੇ ਕਹਿਰ ਨੂੰ ਵੱਧਦੇ ਦੇਖਦੇ ਹੋਏ ਹਰਿਆਣਾ ਦੇ ਵਿੱਚ 1 ਹਫ਼ਤੇ ਦੇ ਮੁਕੰਮਲ ਲੋਕਡਾਊਨ ਦਾ ਐਲਾਨ ਕਰ ਦਿੱਤਾ ਹੈ। 3 ਮਈ ਤੋਂ ਲੈ ਕੇ 9 ਮਈ ਤੱਕ ਇਹ ਜਾਰੀ ਰਹੇਗਾ। ਇਸ ਦਰਮਿਆਨ ਹੁਣ ਸਰਕਾਰ ਨੇ ਬੱਸਾਂ ਦੀ ਆਵਾਜਾਈ ਨੂੰ ਲੈ ਕੇ ਵੱਡਾ ਫੈਸਲਾ ਕਰ ਦਿੱਤਾ ਹੈ। ਹਰਿਆਣਾ ਦੇ ਵਿੱਚ ਨਾ ਕੋਈ ਰੋਡਵੇਜ਼ ਦੀ, ਨਾ ਕੋਈ ਪ੍ਰਾਈਵੇਟ ਬੱਸ ਅਗਲੇ ਹੁਕਮਾਂ ਤੱਕ ਨਹੀਂ ਚੱਲੇਗੀ। ਦੱਸਣਾ ਬਣਦਾ ਕਿ ਹਰਿਆਣਾ ਦੇ ਵਿੱਚ ਇਸ ਵਕਤ ਕੋਵਿਡ ਦਾ ਭਿਆਨਕ ਰੂਪ ਧਾਰਨ ਹੁੰਦਾ ਜਾ ਰਿਹਾ ਹੈ। ਰੋਜ਼ਾਨਾ ਜਿੱਥੇ ਨਵੇਂ ਕੇਸ, ਉੱਥੇ ਮੌਤਾਂ ਦੀ ਗਿਣਤੀ ਵੀ ਲਗਾਤਾਰ ਵਧਦੀ ਜਾ ਰਹੀ ਹੈ। ਇਸੇ ਤਰ੍ਹਾਂ ਪੰਜਾਬ ਦੇ ਵਿੱਚ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਇੱਕ ਵਾਰ ਫਿਰ ਤੋਂ ਸਮੀਖਿਆ ਕੀਤੀ। ਪਰ ਅਮਰਿੰਦਰ ਸਿੰਘ ਹੋਰਾਂ ਨੇ ਕਿਹਾ ਕਿ ਭਾਵੇਂ ਹਾਲ ਦੀ ਘੜੀ ਮੁਕੰਮਲ ਲੋਕਡਾਊਨ ਤੋਂ ਮੈਂ ਇਨਕਾਰ ਕਰ ਰਿਹਾ, ਪਰ ਨਾਲ ਉਹਨਾਂ ਨੇ ਅਗਲੀ ਗੱਲ ਆਖ ਦਿੱਤੀ, ਕਿਉਂਕਿ ਬੀਤੇ ਦਿਨਾਂ ਤੋਂ ਹਰਿਆਣਾ ਦੇ ਸਿਹਤ ਮੰਤਰੀ ਤੇ ਉੱਥੋਂ ਦੇ ਮੁੱਖ ਮੰਤਰੀ ਲਗਾਤਾਰ ਆਖ ਰਹੇ ਸੀ ਕਿ ਹਰਿਆਣੇ ਦੇ ਵਿੱਚ ਲੋਕਡਾਊਨ ਨਹੀਂ ਲੱਗੇਗਾ। ਇਸੇ ਤਰ੍ਹਾਂ ਅੱਜ ਮੁਕੰਮਲ ਲੋਕਡਾਊਨ ਤੋਂ ਭਾਵੇਂ ਕੈਪਟਨ ਅਮਰਿੰਦਰ ਸਿੰਘ ਨੇ ਇਨਕਾਰ ਕੀਤਾ, ਪਰ ਨਾਲ ਆਹ ਗੱਲ ਆਖ ਦਿੱਤੀ ਕਿ ਜੇਕਰ ਲਾਈਆਂ ਬੰਦਸ਼ਾਂ ਦਾ ਲੋਕਾਂ ਨੇ ਪਾਲਣਾ ਨਾ ਕੀਤਾ, ਕਰੋਨਾ ਦੀ ਹਾਲਤ ਵਿੱਚ ਸੁਧਾਰ ਨਾ ਨਜ਼ਰ ਆਇਆ, ਤਾਂ ਕਹਿੰਦੇ ਮੁਕੰਮਲ ਲੋਕਡਾਊਨ ਤੋਂ ਬਗੈਰ ਚਰਚਾ ਵੀ ਜਾਂ ਗੁਜ਼ਾਰਾ ਜਾਂ ਚਾਰਾ ਵੀ ਕੋਈ ਨਹੀਂ। ਫਿਰ ਇਹਦੇ ਤੇ ਚਰਚਾ ਕਰਨੀ ਪਊ। ਪਰ ਬਾਅਦ ਵਿੱਚ ਇੱਕ ਵਾਰੀ ਫੇਰ ਕਿਹਾ ਕਿ ਹਾਲ ਦੀ ਘੜੀ ਮੈਂ ਮੁਕੰਮਲ ਲੋਕਡਾਊਨ ਦੇ ਹੱਕ ਵਿੱਚ ਨਹੀਂ,
पर जिस तरीके नाल मामले वध रहे ने, जिस तरह महामारी रोगों के माहिर डॉक्टर फौची ने, उन्होंने बीते दिनी इंडिया गौरमेंट को सलाह दी सी कि चीन वाल तको। जदों चीन मुँह मूँह सुटिया सी ते उन्होंने मुकम्मल लॉकडाउन किया सी। वो कहते लंबा भावें ना कुछ हफ्तियां का किया जाए, पर दूसरे पासे लॉकडाउन लाने तो पहला सुप्रीम कोर्ट ने भी आख्या कि एक लॉकडाउन मुकम्मल दे उत्ते भारत सरकार विचार करे, तो दूसरा लॉकडाउन लाने तो पहला लोकां नूं खाना किवें देना है, उन्हां दा जनजीवन किवें वड्डे पद्धर ते प्रभावित ना होवे, उहदे वास्ते कोई कौमी नीति भी घड़ी जावे। हुण वेखदे हां कि आउण वाले दिनां दे विच किहो जिहियां खबरां मिलदियां ने। आह खबर फिर पंजाब नाल संबंधित है। पंजाब सरकार कहती है कि 2017 दे विच असीं वादा कर लिया, नशियां दा असीं 4 हफ्तियां च लक तोड़ना सी। रोज़ आपां ही इस प्रोग्राम दे विच शायद ही कोई दिन होवे जिस तरह इस तरह की खबर तुहाडे नाल ना साझी करते होईए। अज फिर खबर मिल रही है, फरीदकोट जिले का पिंड है, पिंड जलालियाना, उत्थे एक नौजवान की 25 वरियां की उम्र सी, ओवरडोज के कारण मौत हो गई है। मृतक गभरू का नाम अमरिंदर सिंह, लोग उन्होंने कैप्टन कैप्टन भी कहते सी, क्योंकि कैप्टन अमरिंदर सिंह का नाम तुहानूं पता है कि कैप्टन है। हुण अमरिंदर होने के कारण पिंड च लोग उन्होंने कैप्टन कहते सी। कैप्टन की मौत हो गई, जिसकी मौत नाल परिवार ही नहीं सगों पिंड विच सोग का माहौल पाया जा रहा है। इस मामले विच पीड़ित परिवार ने पिंड दे ही एक नशा वेचण वाले व्यक्ति को जिम्मेवार ठहराया है। वो कहते शरेआम सप्लाई करता है, जिथे मर्जी सद लो ऐन लैके आउंदा है। मृतक की मां सरबजीत कौर ने आख्या कि वह पुत बीते लगभग 2 सालों तो गलत संगत विच सी। उन्होंने पिंड के एक व्यक्ति का नाम भी लिया, वो कहते सप्लाई वो करता है। घटना वाले दिन भी उन्होंने पुत्र कहते खेत के विचों हरा चारा लैण वास्ते गया सी। उस दिन वो व्यक्ति जो नशा वेचता है उसके पुत्र को मिलिया तो उन्होंने नशा दिता, जिसके कारण मेरे पुत्र की कहते ओवरडोज के कारण मौत हो गई। पर इस गल का कहते पता उदों लग्या जदों हरा तां लैण गया, चारा तां लैण गया, पर लंबा समा घर ही ना परतिया। जदों काफ़ी देर वापस घर ना आया, उन्होंने खेत में जाके वेख्या वो बेसुरत होया पिया सी। असीं हिला के वेख्या वो बेसुरती नहीं सी, सगों कहते उसकी ओवरडोज के कारण मौत हो चुकी सी। हुण उस मां नूं पुछ के देखो, 25 वरियां दा गभरू जवान पुत लैण तां हरा चारा गया, पर घरे परतिया नहीं। मां मनदी है कि पुत मेरा 2 सालों तो गलत संगत विच सी, पर तुसीं देखो कि सरकार दे वादे की कहिंदे है ते आ जमीनी हकीकतां की कहिंदियां ने। अगली खबर किसानी संघर्ष के नाल जुड़ी खबर है। दिल्ली मोर्चे तो भी परतण वाले किसानां दियां लगातार मौतां, ये मौतां की गिणती, शहीदां की गिणती 400 नूं टप चुकी है। अज खबर मिल रही है कि धूरी भाव शेरपुर के नेड़ले पिंड अलीपुर खालसा के किसान बलविंदर सिंह, जिन्हां दी उम्र सिर्फ 55 वरे दसी जा रही है, बीती रात दिल्ली धरने तो परतते समय अचानक मौत हुई है। जानकारी अनुसार पिंड के सरपंच दस रहे हैं कि जदों उन्हां दा काफला बीती रात लगभग 2 बजे पिंड पहुंचया तां बलविंदर नूं उन्हां दे साथियों ने उठाउण की कोशिश की, पर वो उठिया ना। डॉक्टर कोल लैके गया, डॉक्टर कहते इन्हां दे प्राण पंखेरू उड़ चुके हैं। सवेर वक्त धूरी के SDM नूं इस संबंधी जानकारी दे दी गई। उन्हां दे भरोसे तो बाद कि हाँ बनदा मुआवजा दिता जाएगा, बलविंदर सिंह का संस्कार कर दिता गया है। इसी तरह दिल्ली अंदोलन तो 2 होर किसान परते। जानकारी अनुसार उन्हां दी भी मौत हुई है। एक पिंड बिरड़वाल का किसान सुखजिंदर सिंह, जिन्हां दी बीते दिनी दिल की धड़कन वधी, कुछ दिन पहला इसे करके वो दिल्ली धरने तो मोर्चे तो वापस परता है तो अज उन्हां दी मौत हो गई। सिर्फ 1.5 किला जमीन के मालक सुखजिंदर सिंह डकौंदा यूनीयन की पिंड इकाई के खजानची सन, उन्हां दी मौत हो गई है। इसी तरह पिंड कालसणा के मेघ सिंह की भी सेहत बिगड़ी। सेहत बिगड़न कारण बीते दिनी वो भी ਸਿੰਘੂ सरहद तो पिंड वापस परते सन ते अज उन्हां दी भी मौत हो गई है। तुसीं देखो कि इन्हां शहीदां दी गिणती दे विच लगातार वाधा होंदा जा रहा है, पर केंद्र सरकार ऐन मौन वर्त रखी बैठी है, मौन धारण किया होया, बिल्कुल नहीं बोल रही। आस सी, उम्मीद सी कि आ चोणां वल चलो ध्यान केंद्रित किया होया, उन्हां तां करोना भी चेते नहीं सी, शायद उधरला काम मुकू निबड़ू ते किसानां नूं कोई सद्दा पत्र आऊ। पर किसानां ने एक तां सी रेख च मेख मार दी सी, पश्चिमी बंगाल विच जाना उन्हां दा सफल हो गया। उहदे तो बाद
ਕਿਸਾਨਾਂ ਨੇ ਲੱਡੂ ਵੀ ਵੰਡੇ ਨੇ, ਖੁਸ਼ੀਆਂ ਵੀ ਮਨਾਈਆਂ ਨੇ ਤੇ ਨਾਲ ਇਹ ਵੀ ਆਖ ਦਿੱਤਾ ਹੈ ਕਿ ਜਿੱਥੇ ਜਿੱਥੇ ਵੀ ਚੋਣਾਂ ਹੋਣਗੀਆਂ, ਜੇਕਰ ਕੇਂਦਰ ਸਰਕਾਰ ਨੇ ਸਾਡੀ ਗੱਲ ਨਾ ਸੁਣੀ, ਅਸੀਂ ਲੋਕਾਂ ਨੂੰ ਆਖਾਂਗੇ ਕਿ ਲੋਕਾਂ ਦੀ ਇਹ ਵੈਰੀ ਹੈ, ਇਹ ਤੁਹਾਡੀ ਫਸਲ ਤੇ ਨਸਲ ਦੀ ਵੈਰੀ ਹੈ। ਇਸ ਸਰਕਾਰ ਨੂੰ, ਇਸ ਪਾਰਟੀ ਨੂੰ ਹਰਾਇਆ ਜਾਵੇ। ਸੋ ਵੇਖਦੇ ਹਾਂ ਕਿ ਹੁਣ ਕਦੋਂ ਸੱਦਾ ਪੱਤਰ ਆਉਂਦਾ ਹੈ, ਕਦੋਂ ਇਹਨਾਂ ਕਾਨੂੰਨਾਂ ਨੂੰ ਰੱਦ ਕਰਨ ਦੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਂਦੀ ਹੈ। ਸੋ ਦੋਸਤੋ, ਇਹ ਸੀ ਅੱਜ ਦਾ ਪ੍ਰੋਗਰਾਮ। ਉਮੀਦ ਕਰ ਰਹੇ ਹਾਂ ਕਿ ਤੁਹਾਨੂੰ ਚੰਗਾ ਲੱਗਿਆ ਹੋਵੇਗਾ। ਜੇਕਰ ਸੱਚਮੁੱਚ ਚੰਗਾ ਲੱਗਿਆ, ਕਿਰਪਾ ਕਰਕੇ ਲਾਈਕ ਵੀ ਕਰ ਦਿਓ ਤੇ ਸ਼ੇਅਰ ਵੀ ਕਰ ਦਿਓ। ਤੇ ਜੇਕਰ ਹਾਲੇ ਤੱਕ ਤੁਸੀਂ ਆਪਣੇ ਇਸ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਕਿਰਪਾ ਕਰਕੇ ਸਬਸਕ੍ਰਾਈਬ ਕਰਕੇ ਨੋਟੀਫਿਕੇਸ਼ਨ ਵਾਲੀ ਘੰਟੀ ਜ਼ਰੂਰ ਔਨ ਕਰ ਲੈਣੀ। ਤੁਹਾਡੇ ਦਿਲੋਂ ਧੰਨਵਾਦੀ ਹੋਵਾਂਗੇ। ਤੇ ਹੁਣ ਸਮੇਂ ਦੀ ਸਮਾਪਤੀ ਹੈ। ਜਾਣ ਤੋਂ ਪਹਿਲਾਂ ਕਹਾਂਗਾ, ਜ਼ਿੰਦਗੀ ਜਿੰਦਾਦਰੀ ਦਾ ਨਾਮ ਹੈ। ਦਵਿੰਦਰ ਸਿੰਘ ਬੈਨੀਪਾਲ ਨੂੰ ਆਗਿਆ ਦਿਓ। ਸਤਿ ਸ਼੍ਰੀ ਅਕਾਲ ਤੇ ਰੱਬ ਰਾਖਾ।